एक नूर ते सब जग उपजया, एक नूर ते सब जग उपजया। कौन भले को मंदे, अवल अल्लाह नूर उपाया। ਚਰਿਤ੍ਰੋਪਖਿਆਨ ਵਿਸ਼ਲੇਸ਼ਣ। ਸਾਡੇ ਮਨ ਦੇ 5 ਗੁਣ ਹਨ: ਕਾਮ, ਕ੍ਰੋਧ, ਲੋਭ, ਮੋਹ ਅਤੇ ਹੰਕਾਰ। ਇਹ ਸਾਰੇ ਗੁਣ ਪਰਮੇਸ਼ਰ ਨੇ ਖਾਸ ਜੁਗਤੀ ਨਾਲ ਸਾਡੇ ਮਨ ਵਿੱਚ ਆਪ ਪਾਏ ਹਨ ਤਾਂ ਜੋ ਸੰਸਾਰ ਦੀ ਖੇਡ ਚੱਲਦੀ ਰਹੇ। ਜੇ ਲੋਭ ਨਾ ਹੋਵੇ ਤਾਂ ਲੋੜਾਂ ਦੀ ਪੂਰਤੀ ਲਈ ਕੋਈ ਉਦਮ ਨਹੀਂ ਕਰੇਗਾ। ਮੋਹ ਤੋਂ ਬਗੈਰ ਕਿਹੜੀ ਮਾਂ ਆਪਣੇ ਬੱਚੇ ਲਈ ਆਪ ਭੁੱਖੀ ਰਹੇਗੀ ਅਤੇ ਹੋਰ ਦੁੱਖ ਝੱਲੇਗੀ। ਇਸੇ ਤਰ੍ਹਾਂ ਸਾਡੀ ਸੰਸਾਰੀ ਹੋਂਦ ਹੀ ਹਉਂ ਦੇ ਆਸਰੇ ਖੜੀ ਹੈ। ਸਾਡਾ ਸੰਸਾਰ ਤੇ ਆਣਾ ਜਾਣਾ, ਦੇਣ ਲੈਣਾ ਅਤੇ ਹੋਰ ਬਹੁਤ ਕੁਝ ਇਸ ਦੇ ਸਹਾਰੇ ਖੜਾ ਹੈ। ਵਾਰ ਆਸਾ ਦਾ ਹਉਂ ਵਿੱਚ ਆਇਆ ਹਉਂ ਵਿੱਚ ਗਿਆ ਵਾਲਾ ਸ਼ਲੋਕ ਇਸ ਦਾ ਵਿਸਥਾਰ ਕਰਦਾ ਹੈ। ਇਹਨਾਂ 5 ਗੁਣਾਂ ਵਿੱਚ ਸਭ ਤੋਂ ਪ੍ਰਧਾਨ ਕਾਮ ਹੈ, ਇਸ ਲਈ ਇਸ ਦਾ ਨਾਮ ਸਭ ਤੋਂ ਪਹਿਲਾਂ ਆਉਂਦਾ ਹੈ। ਜੇ ਸਾਡੇ ਅੰਦਰ ਨਾ ਹੋਵੇ, ਸੰਸਾਰ ਦੀ ਉਤਪਤੀ ਹੀ ਰੁਕ ਜਾਵੇਗੀ। ਇਸ ਦੀ ਪ੍ਰਬਲ ਤਾਕਤ ਨੂੰ ਦੇਖ ਕੇ ਜੋਗੀ ਡਰ ਕੇ ਭੱਜ ਨਿਕਲੇ ਅਤੇ ਜੰਗਲਾਂ ਜਾਂ ਪਹਾੜਾਂ ਦੀਆਂ ਗੁਫਾਵਾਂ ਵਿੱਚ ਜਾ ਆਸਣ ਲਾਏ ਅਤੇ ਗ੍ਰਸਤੀ ਸੰਸਾਰ ਨੂੰ ਭੰਡਣ ਲੱਗ ਪਏ। ਜੇ ਕਿਤੇ ਸਾਡਾ ਦੇਸ਼ ਸਾਰਾ ਹੀ ਗੋਰਖਨਾਥ ਦਾ ਚੇਲਾ ਬਣ ਜਾਂਦਾ, ਜਰਾ ਸੋਚੋ ਕੀ ਹੁੰਦਾ। ਸਾਰੇ ਦੇਸ਼ ਵਿੱਚੋਂ ਮਨੁੱਖ ਜਾਤੀ ਖਤਮ ਹੋ ਜਾਂਦੀ, ਕਿਉਂਕਿ ਨਾ ਕਿਸੇ ਨੇ ਵਿਆਹ ਕਰਾਉਣਾ ਸੀ ਤੇ ਨਾ ਉਤਪਤੀ ਹੋਣੀ ਸੀ। ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਦੀ ਕਿਰਪਾ ਹੋਈ, ਸਾਡੇ ਦੇਸ਼ ਵਾਸੀਆਂ ਲਈ ਐਸਾ ਧਰਮ ਦਿੱਤਾ ਕਿ ਸੰਸਾਰੀ ਸੁੱਖ ਭੋਗਦੇ ਹੋਏ ਪਰਮਗਤ ਪਾ ਸਕੀਏ। ਸਤਿਗੁਰ ਕੀ ਐਸੀ ਵਡਿਆਈ, ਪੁੱਤਰ ਕਲਤਰ ਵਿੱਚੇ ਗਤ ਪਾਈ। ਨਾਨਕ ਸਤਿਗੁਰ ਭੇਟਿਆ ਪੂਰੀ ਹੋਵੇ ਜੁਗਤ, ਹਸੰਦਿਆਂ ਖਿਲੰਦਿਆਂ ਪਹਿਨੰਦਿਆਂ ਖਾਵੰਦਿਆਂ ਵਿੱਚੇ ਹੋਵੇ ਮੁਕਤ। ਸੋ ਅੱਜ ਸਾਡੇ ਦੇਸ਼ ਵਿੱਚ ਜੋ ਲਹਿਰਾਂ ਬਹਿਰਾਂ, ਸੁੰਦਰ ਬਾਗ ਬਗੀਚੇ, ਮਹਿਲ ਮਾੜੀਆਂ ਅਤੇ ਹਸੂ ਹਸੂ ਕਰਦੇ ਬਾਲ ਨਜ਼ਰ ਆ ਰਹੇ ਹਨ, ਇਹ ਸਭ ਗੁਰੂ ਨਾਨਕ ਦੇਵ ਮਹਾਰਾਜ ਦੀ ਕਿਰਪਾ ਦਾ ਸਦਕਾ ਹੈ। ਪਰ ਹਰ ਚੀਜ਼ ਕਿਸੇ ਖਾਸ ਸੀਮਾ ਅੰਦਰ ਹੀ ਠੀਕ ਹੈ। ਸਾਡੇ ਸਰੀਰ ਦਾ ਤਾਪਮਾਨ ਗਿਰ ਜਾਵੇ ਤਾਂ ਬਿਮਾਰ, ਜੇ ਵੱਧ ਜਾਵੇ ਤਾਂ ਬੁਖਾਰ, ਭੁੱਖ ਨਾ ਲੱਗੇ ਅਤੇ ਬਹੁਤ ਜ਼ਿਆਦਾ ਭੁੱਖ ਲੱਗੇ ਤਾਂ ਬਿਮਾਰੀ ਦੇ ਲੱਛਣ ਹਨ। ਇਸੇ ਤਰ੍ਹਾਂ ਜਦ ਕਾਮ ਦੀ ਚੇਸ਼ਟਾ ਨਾ ਹੋਵੇ, ਬੰਦੇ ਨੂੰ ਨਾ ਮਰਦ ਆਖਦੇ ਹਨ ਅਤੇ ਜੇ ਬਹੁਤ ਵੱਧ ਜਾਵੇ ਤਾਂ ਬਲਾਤਕਾਰੀ ਬਣ ਜਾਂਦਾ ਹੈ। ਇਸ ਲਈ ਸਤਿਗੁਰਾਂ ਨੇ ਵਾਰ-ਵਾਰ ਚੇਤਾਵਨੀ ਦਿੱਤੀ ਹੈ ਤਾਂ ਜੋ ਇਹ ਸਾਡੇ ਮਨ ਤੇ ਭਾਰੂ ਨਾ ਹੋਵੇ। ਇਹ ਕਾਮੰ ਨਰਕ ਬਿਸਰਾਮੰ ਬਹੁ ਜੋਨੀ ਪ੍ਰਮਾਵਣੈ, ਇਤ ਹਰਣੰ ਤ੍ਰੈਲੋਕ ਗਮੰ ਜਪ ਤਪ ਸੀਲ ਬਦਾਰਣੈ, ਅਲਪ ਸੁਖ ਅਵਿਤ ਚੰਚਲ ਊਚ ਨੀਚ ਸਮਾਵਣੈ, ਤਉ ਭੈ ਵਿਮੁੰਚਿਤ ਸਾਧ ਸੰਗਮ ਕੋਟ ਨਾਨਕ ਨਾਰਾਇਣੈ। ਜਦ ਬੰਦਾ ਵਿਹਲਾ ਹੋਵੇ ਅਤੇ ਐਸੋ ਇਸ਼ਰਤ ਦੇ ਸਾਧਨ ਹੋਣ ਤਾਂ ਬੰਦੇ ਵਿੱਚ ਕਾਮ ਭਾਵ ਪ੍ਰਬਲ ਹੁੰਦਾ ਹੈ। ਦਸ਼ਮੇਸ਼ ਪਿਤਾ ਅੰਤਰਜਾਮੀ ਨੂੰ ਪਤਾ ਸੀ ਕਿ ਅੱਗੇ ਖਾਲਸੇ ਨੂੰ ਰਾਜ ਪਾਠ ਪ੍ਰਾਪਤ ਹੋਵੇਗਾ। ਇਹ ਵੀ ਸਭ ਨੂੰ ਪਤਾ ਹੈ ਕਿ ਮਰਦ ਦੀ ਸਭ ਤੋਂ ਵੱਡੀ ਕਮਜ਼ੋਰੀ ਔਰਤ ਹੈ। ਆਦਿ ਕਾਲ ਤੋਂ ਮਰਦ ਦੀ ਇਸ ਕਮਜ਼ੋਰੀ ਦਾ ਫਾਇਦਾ ਉਠਾ ਕੇ ਰਾਜੇ ਮਹਾਰਾਜੇ ਜਾਂ ਵਿਸ਼ ਕੰਨਿਆ ਦੇ ਰੂਪ ਵਿੱਚ ਜਾਂ ਵੇਸ਼ਵਾਂ ਦੇ ਰੂਪ ਵਿੱਚ ਇਸ ਨੂੰ ਵਰਤਦੇ ਰਹੇ ਹਨ। ਦੂਸਰੇ ਸੰਸਾਰ ਯੁੱਧ ਵਿੱਚ ਇਸਤਰੀਆਂ ਨੇ ਕੁਦਰਤ ਵੱਲੋਂ ਮਿਲੀ ਇਸ ਤਾਕਤ ਨੂੰ ਵਰਤ ਕੇ ਦੁਸ਼ਮਣ ਦੇ ਬੜੇ ਬੜੇ ਗੁੱਝੇ ਭੇਦ ਲੈ ਕੇ ਜੰਗਾਂ ਦੇ ਰੁਖ ਬਦਲ ਦਿੱਤੇ। ਇਸ ਲਈ ਗੁਰੂ ਸਾਹਿਬ ਨੇ ਸਿੱਖਾਂ ਨੂੰ ਹਰ ਪੱਖੋਂ ਸੁਚੇਤ ਕਰਨ ਲਈ ਚਰਿਤ੍ਰੋਪਖਿਆਨ ਦਾ ਭਾਗ ਲਿਖਿਆ ਹੈ। ਇਹ ਵੀ ਇੱਕ ਵਿਗਿਆਨਕ ਸੱਚਾਈ ਹੈ ਕਿ ਸਰੀਰਕ ਪੱਖੋਂ ਕਮਜ਼ੋਰ ਮਨੁੱਖ ਆਪਣੇ ਤੋਂ ਤਕੜੇ ਉੱਪਰ ਸਫਲਤਾ ਪਾਉਣ ਲਈ ਦਿਮਾਗ ਤੋਂ ਜ਼ਿਆਦਾ ਕੰਮ ਲੈਂਦਾ ਹੈ ਅਤੇ ਹੋਰ ਰਸਤਾ ਨਾ ਮਿਲਣ ਤੇ ਛਲ ਕਪਟ ਕਰਨ ਤੋਂ ਵੀ ਗੁਰੇਜ਼ ਨਹੀਂ ਕਰਦਾ ਅਤੇ ਇਹੋ ਬਿਰਤੀ ਇਸਤਰੀ ਵਿੱਚ ਪ੍ਰਧਾਨ ਹੈ, ਜਿਸ ਨੂੰ ਦੂਸਰੇ ਸ਼ਬਦਾਂ ਵਿੱਚ ਚਰਿੱਤਰ ਕਿਹਾ ਜਾਂਦਾ ਹੈ। ਸ੍ਰੀ ਦਸਮ ਗ੍ਰੰਥ ਦਾ ਇਹ ਭਾਗ ਕੇਵਲ ਇਹ ਦਰਸਾਉਣ ਲਈ ਹੀ ਲਿਖਿਆ ਹੈ ਤਾਂ ਜੋ ਉਦਾਹਰਨਾਂ ਰਾਹੀਂ ਦੱਸਿਆ ਜਾ ਸਕੇ ਕਿ ਕਾਮ ਵਾਸ਼ਨਾ ਦੇ ਸੀਮਾ ਤੋਂ ਵੱਧ ਜਾਣ ਤੇ ਬੰਦਾ ਮਾਨਸਿਕ ਤੌਰ ਤੇ ਕਿੱਥੇ ਤੱਕ ਗਿਰ ਸਕਦਾ ਹੈ ਅਤੇ ਸੀਮਾ ਵਿੱਚ ਰਹਿਣ ਵਾਲਾ ਜੀਵਨ ਵਿੱਚ ਕਿਸ ਤਰ੍ਹਾਂ ਸਫਲਤਾ ਪਾਉਂਦਾ ਹੈ। ਪਹਿਲਾਂ ਤਾਂ ਇਸ ਦੇ ਵਿਰੋਧੀਆਂ ਨੂੰ ਪਖਿਆਨ ਦੇ ਅਰਥਾਂ ਦਾ ਹੀ ਪਤਾ ਨਹੀਂ ਹੈ। ਪਖਿਆਨ ਦਾ ਅਰਥ ਹੈ ਸੁਣੀ ਹੋਈ ਲੋਕ ਗਾਥਾ, ਨਾ ਕਿ ਹਕੀਕਤ
ਅਸਲ ਵਰਤੀ। ਜਿਸ ਤਰ੍ਹਾਂ ਪੰਚਤੰਤਰ ਨਾਮੀ ਗ੍ਰੰਥ ਵਿੱਚ ਸ਼ੇਰ ਤੇ ਲੂੰਬੜ, ਕੱਛੂ ਅਤੇ ਸਹਿ ਦੀਆਂ ਕਹਾਣੀਆਂ ਆਪ ਪਾਤਰ ਸਿਰਜ ਕੇ ਕੇਵਲ ਉਪਦੇਸ਼ ਦੇਣ ਲਈ ਬਣਾਈਆਂ ਗਈਆਂ ਹਨ, ਇਸੇ ਤਰ੍ਹਾਂ ਇਹਨਾਂ ਚਿੱਤਰਾਂ ਦੇ ਪਾਤਰ ਸਿਰਜ ਕੇ ਸਮਾਜ ਦੀਆਂ ਕਮਜ਼ੋਰੀਆਂ ਉਘਾੜ ਕੇ ਰੱਖੀਆਂ ਹਨ। ਇਸ ਵਿੱਚ ਲੈਲਾ ਮਜਨੂ ਅਤੇ ਸਮੇਂ ਦੀਆਂ ਹੋਰ ਪ੍ਰਚਲਿਤ ਕਹਾਣੀਆਂ ਵੀ ਹਨ। ਕ੍ਰਿਸ਼ਨ ਲੀਲਾ ਦੀਆਂ ਕਹਾਣੀਆਂ ਵੀ ਹਨ। ਮਰਦਾਂ ਦੇ ਇਸਤਰ ਵੀ ਹਨ ਅਤੇ ਇਸਤਰੀਆਂ ਦੇ ਵੀ ਹਨ। ਉਹਨਾਂ ਇਸਤਰੀਆਂ ਦੀਆਂ ਕਹਾਣੀਆਂ ਵੀ ਦਰਜ ਹਨ ਜਿਨ੍ਹਾਂ ਨੇ ਆਪਣੀ ਸਿਆਣਪ ਤੇ ਚਤੁਰਾਈ ਨਾਲ ਆਪਣੇ ਰਾਜੇ ਨੂੰ ਨਰਕਾਂ ਵਿੱਚ ਜਾਂਦੇ ਨੂੰ ਬਚਾ ਲਿਆ ਅਤੇ ਰਿਆਸਤ ਬਚਾ ਲਈ। ਉਹਨਾਂ ਮਰਦ ਰਾਜਿਆਂ ਦੀਆਂ ਕਹਾਣੀਆਂ ਵੀ ਹਨ ਜਿਨ੍ਹਾਂ ਨੇ ਆਪਣੇ ਤੇ ਪੂਰਾ ਕੰਟਰੋਲ ਰੱਖ ਕੇ ਸਿਆਣਪ ਨਾਲ ਡੋਰੇ ਪਾਉਣ ਵਾਲੀ ਇਸਤਰੀ ਨੂੰ ਦੁਰਕਾਰ ਦਿੱਤਾ ਅਤੇ ਉਹਨਾਂ ਦਾ ਹਾਲ ਵੀ ਦਰਜ ਜੋ ਇਸ ਵੇਗ ਵਿੱਚ ਰੁੜ ਕੇ ਆਪਣੀ ਜਾਨ ਗਵਾ ਗਏ। ਉਂਝ ਜੇ ਦੇਖਿਆ ਜਾਵੇ ਤਾਂ ਚਰਿੱਤਰਾਂ ਵਿੱਚ ਦਰਜ ਸਾਰੀਆਂ ਘਟਨਾਵਾਂ ਅੱਜ ਵੀ ਉਸੇ ਤਰ੍ਹਾਂ ਵਾਪਰ ਰਹੀਆਂ ਹਨ ਜਿਨ੍ਹਾਂ ਨਾਲ ਅਖਬਾਰ ਭਰੇ ਹੁੰਦੇ ਹਨ। ਗੁਰੂ ਸਾਹਿਬ ਜੀ ਨੇ ਜੇ ਅੱਜ ਇਹ ਚਰਿੱਤਰ ਲਿਖੇ ਹੁੰਦੇ ਤਾਂ ਨਿਸ਼ਚੈ ਹੀ ਧਰਿੰਦਰ ਬ੍ਰਹਮਚਾਰੀ ਜੋ ਸ਼੍ਰੀਮਤੀ ਇੰਦਰਾ ਗਾਂਧੀ ਨੂੰ ਆਸਣ ਸਿਖਾਉਂਦਾ ਰਿਹਾ ਜ਼ਰੂਰ ਦਰਜ ਕਰਦੇ ਅਤੇ ਅਮਰੀਕਾ ਦੇ ਰਾਸ਼ਟਰਪਤੀ ਮਿਸਟਰ ਕਲਿੰਟਨ ਤੇ ਲਵਿੰਸਕੀ ਦਾ ਕਿੱਸਾ ਵੀ ਲਿਖਦੇ, ਜਿਸ ਕਾਰਨ ਮਿਸਟਰ ਕਲਿੰਟਨ ਨੂੰ ਸਾਰੇ ਦੇਸ਼ ਵਾਸੀਆਂ ਤੋਂ ਟੀਵੀ ਉੱਪਰ ਮੁਆਫੀ ਮੰਗ ਕੇ ਸ਼ਰਮਸਾਰ ਹੋਣਾ ਪਿਆ। ਚਰਿੱਤਰਾਂ ਦੀ ਕਹਾਣੀ ਸ਼ੁਰੂ ਹੀ ਇੰਜ ਹੁੰਦੀ ਹੈ ਕਿ ਚਤਰ ਸਿੰਘ ਨਾਮੀ ਰਾਜਾ ਚਿਤਰਵਤੀ ਨਗਰੀ ਵਿਖੇ ਰਹਿੰਦਾ ਸੀ। ਇੰਦਰ ਦੇ ਦਰਬਾਰ ਦੀ ਇੱਕ ਅਪਸਰਾ ਤੇ ਰਾਜਾ ਮੋਹਿਤ ਹੋਇਆ। ਉਸ ਨਾਲ ਸ਼ਾਦੀ ਕਰਕੇ ਕਈ ਸਾਲ ਇਕੱਠੇ ਰਹੇ ਅਤੇ ਇੱਕ ਹਨਵੰਤ ਸਿੰਘ ਨਾਮ ਵਾਲੇ ਲੜਕਾ ਉਹਨਾਂ ਦੇ ਪੈਦਾ ਹੋਇਆ। ਅਚਾਨਕ ਅਪਸਰਾ ਇੱਕ ਦਿਨ ਗੁੰਮ ਹੋ ਗਈ ਅਤੇ ਮੁੜ ਕੇ ਨਾ ਆਈ। ਉਸ ਦੇ ਵਿਯੋਗ ਵਿੱਚ ਰਾਜੇ ਨੇ ਅਪਸਰਾ ਦੀ ਫੋਟੋ ਬਣਾ ਕੇ ਆਪਣੇ ਜਸੂਸ ਅੱਡ-ਅੱਡ ਦਿਸ਼ਾ ਵਿੱਚ ਭੇਜੇ ਕਿ ਜਿੱਥੇ ਵੀ ਅਜਿਹੀ ਇਸਤਰੀ ਮਿਲਦੀ ਹੈ ਉਸ ਨੂੰ ਲੈ ਕੇ ਆਵੋ। ਜਸੂਸਾਂ ਦੇ ਦੱਸਣ ਤੇ ਰਾਜੇ ਨੇ ਆਪਣੇ ਲੜਕੇ ਨੂੰ ਫੌਜ ਦੇ ਕੇ ਭੇਜਿਆ ਅਤੇ ਉਸ ਨੇ ਉੜੀਸਾ ਦੇ ਰਾਜੇ ਨੂੰ ਲੜਾਈ ਵਿੱਚ ਹਰਾ ਕੇ ਉਸ ਦੀ ਲੜਕੀ ਰਾਜੇ ਨੂੰ ਲਿਆ ਦਿੱਤੀ। ਰਾਜੇ ਨੇ ਉਸ ਨਾਲ ਵਿਆਹ ਕਰਵਾ ਲਿਆ, ਪਰ ਨਵੀਂ ਰਾਣੀ ਦੇ ਮਨ ਵਿੱਚ ਰਾਜੇ ਦੀ ਬਜਾਏ ਰਾਜਕੁਮਾਰ ਜੋ ਉਸ ਨੂੰ ਲੜਾਈ ਵਿੱਚ ਜਿੱਤ ਕੇ ਲਿਆਇਆ ਸੀ ਵਸ ਗਿਆ ਅਤੇ ਉਸ ਨੇ ਮਨ ਦੀ ਬਿਰਥਾ ਰਾਜਕੁਮਾਰ ਨੂੰ ਦੱਸ ਦਿੱਤੀ। ਰਾਜਕੁਮਾਰ ਦੇ ਮਨਾ ਕਰਨ ਤੇ ਰਾਣੀ ਨੇ ਰਾਜੇ ਨੂੰ ਵਧਾ ਚੜਾ ਕੇ ਦੱਸਿਆ ਕਿ ਰਾਜਕੁਮਾਰ ਨੇ ਮੇਰੇ ਨਾਲ ਗੁਸਤਾਖੀ ਕੀਤੀ ਹੈ। ਰਾਜੇ ਨੇ ਕ੍ਰੋਧਿਤ ਹੋ ਕੇ ਪੁੱਤਰ ਨੂੰ ਕਤਲ ਕਰਨ ਦਾ ਹੁਕਮ ਦੇ ਦਿੱਤਾ, ਪਰ ਮੰਤਰੀਆਂ ਨੇ ਸਮਝਾਇਆ ਕਿ ਇਸ ਵਿੱਚ ਕੋਈ ਭੇਦ ਹੈ। ਇਸਤਰੀ ਦਾ ਭੇਦ ਪਾਉਣਾ ਮੁਸ਼ਕਲ ਹੈ। ਅਸੀਂ ਤੈਨੂੰ ਵਾਰਤਾ ਸੁਣਾਉਂਦੇ ਹਾਂ, ਫਿਰ ਤੂੰ ਆਪਣਾ ਨਿਰਣਾ ਲਈ। ਰਾਜੇ ਨੇ ਪੁੱਤਰ ਨੂੰ ਕੈਦ ਕਰ ਦਿੱਤਾ ਅਤੇ ਮੰਤਰੀ ਰਾਜੇ ਨੂੰ ਹਰ ਰੋਜ਼ ਨਵੀਂ ਵਾਰਤਾ ਸੁਣਾਉਂਦੇ ਹਨ। ਇਸ ਲਈ ਹਰ ਚਿੱਤਰ ਦੀ ਸਮਾਪਤੀ ਤੇ ਲਿਖਿਆ ਹੈ, ਇਤ ਸ੍ਰੀ ਚਿੱਤਰ ਪਖਿਆਨੰ ਤ੍ਰਿਆ ਚਰਿਤਰ ਮੰਤਰੀ ਭੂਪ ਸੰਵਾਦੇ ਸਮਾਪਤਮ। ਪਾਠਕ ਆਪ ਹੀ ਅੰਦਾਜ਼ਾ ਲਾ ਲੈਣ ਕਿ ਇਹ ਮਨੋਕਲਪਤ ਪਾਤਰ ਰਚ ਕੇ ਰਚਨਾਵਾਂ ਲਿਖੀਆਂ ਹਨ ਜਾਂ ਗੁਰੂ ਸਾਹਿਬ ਵੱਲੋਂ ਚਰਿੱਤਰਾਂ ਅੰਦਰ ਦਸੀਆਂ ਗੱਲਾਂ ਨੂੰ ਅਪਣਾਉਣ ਦਾ ਉਪਦੇਸ਼ ਦਿੱਤਾ ਹੈ। ਜਿਸ ਤਰ੍ਹਾਂ ਕੋਈ ਸਮਾਜਿਕ ਸਿੱਖਿਆ ਲਈ ਸਮਾਜ ਦੀਆਂ ਬੁਰਾਈਆਂ ਉਘਾੜਨ ਲਈ ਕੋਈ ਫਿਲਮ ਬਣਦੀ ਹੈ, ਉਸ ਵਿੱਚ ਫਿਲਮ ਦਾ ਡਾਇਰੈਕਟਰ ਜੇ ਬਲਾਤਕਾਰ ਦਾ ਸੀਨ ਦਿਖਾਉਂਦਾ ਹੈ, ਇਸ ਦਾ ਇਹ ਮਤਲਬ ਕੱਢ ਲੈਣਾ ਕਿ ਫਿਲਮ ਇਹ ਸਭ ਕੁਝ ਕਰਨ ਲਈ ਪ੍ਰੇਰਿਤ ਕਰ ਰਹੀ ਹੈ, ਮੂਰਖਤਾ ਨਹੀਂ ਤਾਂ ਹੋਰ ਕੀ ਹੈ। ਫਿਲਮ ਦੇ ਪਿੱਛੇ ਕੀ ਥੀਮ ਹੈ, ਸਿਆਣਾ ਬੰਦਾ ਉਹ ਪਕੜੇਗਾ ਅਤੇ ਫਿਲਮ ਨੂੰ ਦੇਖਣ ਵਾਲਾ ਮੂਰਖ ਦੂਸਰਾ ਪੱਖ ਲਵੇਗਾ। ਦਸਮ ਗ੍ਰੰਥ ਦੇ ਵਿਰੋਧੀ ਅਗਿਆਨਤਾ ਵਸ ਜਾਂ ਸ਼ਰਾਰਤਨ ਪੂਰੇ ਚਰਿੱਤਰ ਦੇ ਭਾਵ ਨੂੰ ਸਮਝੇ ਬਗੈਰ ਵਿੱਚੋਂ ਤੁਕਾਂ ਲੈ ਕੇ ਇਸ ਵਿਸ਼ੇ ਤੇ ਚਿੱਕੜ ਉਛਾਲ ਰਹੇ ਹਨ। ਹੁਣ ਅਸੀਂ ਕੁਝ ਟੰਕਣਾਂ ਦੇ ਉੱਤਰ ਦੇਣ ਦੀ ਕੋਸ਼ਿਸ਼ ਕਰਾਂਗੇ। ਐਸੀ ਫਬਤ ਦੋਹਨ ਕੀ ਜੋਰੀ ਜਨਕ ਕ੍ਰਿਸ਼ਨ ਭਿਖਭਾਨ ਕਸੂਰੀ। ਚਰਿੱਤਰ 111। ਦੁਹੂ ਹਾਥ ਤਿਹ ਕੁਚਨ ਮਰੋਰੈ ਜਨ ਕੋਇਓ ਨਿਧਨੀ ਧਨ ਟੋਰੈ ਬਾਰ ਬਾਰ ਤਿਹ ਗਰੇ ਲਗਾਵੈ ਜਨ ਕਦਮ ਕੋ ਦੁਖ ਮਿਟਾਵੈ ਭੋਗਤ ਤਾਹੇ ਜੰਗ ਲੈ ਕਾਂਦੇ ਜਨ ਦਵੈ ਮੈਨ ਤਰਕਸ਼ਨ ਬਾਧੇ। ਚਰਿੱਤਰ 111। ਉਸ ਵੇਲੇ ਦੇ ਸਮਾਜ ਵਿੱਚ ਅਤੇ ਅੱਜ ਵੀ ਕਈ ਮਾਂ-ਬਾਪ ਲਾਲਚ ਵਿੱਚ ਆ ਕੇ ਜਾਂ ਕਿਸੇ ਹੋਰ ਕਾਰਨ ਲੜਕੀ ਨੂੰ ਬੁੱਢੇ ਨਾਲ ਜੋੜ ਦਿੰਦੇ ਹਨ, ਜਾਂ ਸਰੀਰਕ ਪੱਖੋਂ ਕਮਜ਼ੋਰ
ਇੱਕ ਦੂਸਰੇ ਦੀ ਜੋੜੀ ਬਣ ਜਾਂਦੀ ਹੈ ਅਤੇ ਜ਼ਿੰਦਗੀ ਇਸਤਰੀ ਪੁਰਸ਼ ਦੀ ਨਰਕ ਬਣ ਜਾਂਦੀ ਹੈ। ਇਸੇ ਚਰਿੱਤਰ ਦੇ ਬੰਦ 23 ਤੋਂ 27 ਤੱਕ ਇਸ ਤਰ੍ਹਾਂ ਦਰਜ ਹੈ। ਜਵਾਨ ਇਸਤਰੀ ਜਵਾਨ ਮਰਦ 14ਵੀਂ ਦੇ ਚੰਦ ਵਾਂਗ ਜਿਵੇਂ ਚਾਨਣੀ ਰਾਤ ਹੁੰਦੀ ਹੈ, ਇੱਕ ਦੂਜੇ ਨਾਲ ਬਰਾਬਰੀ ਕਰਦੇ ਹਨ। ਹਾਰ ਕੇ ਪਿੱਛੇ ਹਟੇ ਤਾਂ ਕੌਣ ਹਟੇ। ਪੜ੍ਹਿਆ ਲਿਖਿਆ ਪੁਰਸ਼ ਅਤੇ ਪੜ੍ਹੀ ਲਿਖੀ ਜਵਾਨ ਇਸਤਰੀ ਇੱਕ ਦੂਜੇ ਨੂੰ ਪ੍ਰਾਪਤ ਕਰਕੇ ਵੱਧ ਚੜ੍ਹ ਕੇ ਇੱਕ ਦੂਜੇ ਨੂੰ ਗਲ ਲਗਾਉਂਦੇ ਹਨ। ਇੱਕ ਪਲ ਵੀ ਦੂਰ ਨਹੀਂ ਹੋਇਆ ਜਾਂਦਾ। ਜੇ ਕੋਈ ਅਕਲਮੰਦ ਪੁਰਸ਼ ਅਕਲਮੰਦ ਇਸਤਰੀ ਨੂੰ ਪਾ ਲਵੇ, ਉਹ ਫਿਰ ਉਸ ਨੂੰ ਆਪਣੇ ਦਿਲ ਤੋਂ ਨਹੀਂ ਭੁਲਾਉਂਦਾ। ਕਿਸੇ ਬੇਅਕਲ ਮੂਰਖ ਨੂੰ ਦਿਲ ਤੇ ਕਦੇ ਵੀ ਨਹੀਂ ਲਿਆਉਂਦਾ। ਮਨ ਬਚਨ ਕਰਕੇ ਸੁੰਦਰਤਾ ਅਤੇ ਸੁਘੜਤਾ ਨਾਲ ਹੀ ਵਿਆਹ ਕਰਦੇ ਹਨ। ਚੰਦਨ ਦੀ ਤਾਂ ਇੱਕ ਚੌਂਕੀ ਹੀ ਚੰਗੀ ਹੈ, ਲੱਕੜੀ ਦਾ ਬ੍ਰਿਸ਼ ਕਿਸ ਕੰਮ ਹੈ ਚੰਦਨ ਦੀ ਚੌਂਕੀ ਸਾਹਮਣੇ। ਸਿਆਣੇ ਪੁਰਸ਼ ਨਾਲ ਗਰੀਬੀ ਵੀ ਚੰਗੀ ਹੈ ਮੂਰਖ ਦੇ ਰਾਜ ਨਾਲੋਂ। ਇਹ ਹੈ ਤੱਤ ਸਾਰ ਸਿੱਖਿਆ ਜੋ ਇਸ ਚਰਿੱਤਰ ਵਿੱਚੋਂ ਨਿਕਲਦੀ ਹੈ। ਬਾਕੀ ਸਭ ਇਸ ਗੱਲ ਨੂੰ ਸਿੱਧ ਕਰਨ ਲਈ ਪਾਤਰ ਸਿਰਜ ਕੇ ਸਭ ਕੁਝ ਸਹੀ ਰੂਪ ਵਿੱਚ ਜੋ ਇੱਕ ਜਵਾਨ ਮਰਦ ਅਤੇ ਇਸਤਰੀ ਕਰਦੇ ਹਨ ਦਰਸਾਇਆ ਗਿਆ ਹੈ। ਪਿਛਲੇ ਸਮੇਂ ਵਿੱਚ ਅਫੀਮ ਭੰਗ ਦਾ ਸਹਾਰਾ ਲਿਆ ਜਾਂਦਾ ਸੀ ਚੇਸ਼ਟਾ ਵਧਾਉਣ ਲਈ। ਅੱਜ ਕੱਲ੍ਹ ਇੱਕ ਦਿਨ ਵਿੱਚ ਕਿੰਨੀਆਂ ਗੋਲੀਆਂ ਅਤੇ ਹੋਰ ਦਵਾਈਆਂ ਵਰਤੀਆਂ ਜਾਂਦੀਆਂ ਹਨ, ਕੋਈ ਗਿਣਤੀ ਨਹੀਂ। ਨਾ ਹੀ ਕਦੇ ਕਿਸੇ ਨੇ ਇਸ ਬਾਰੇ ਇਤਰਾਜ਼ ਕੀਤਾ ਹੈ। ਮਕਸਦ ਦੋਨਾਂ ਦਾ ਇੱਕੋ ਹੀ ਹੈ। ਦਸਮ ਗ੍ਰੰਥ ਦੇ ਵਿਰੋਧੀ ਤੱਤ ਸਾਰ ਨੂੰ ਛੱਡ ਕੇ ਛਿੱਲੜ ਚੱਬ ਕੇ ਕਹਿੰਦੇ ਹਨ ਇਹ ਫੋਕਾ ਹੈ। ਨੰਬਰ 2, ਇਹ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਦਸਮ ਗ੍ਰੰਥ ਵਿੱਚ ਇਸਤਰੀ ਜਾਤੀ ਦਾ ਨਿਰਾਦਰ ਕੀਤਾ ਗਿਆ ਹੈ। ਗੁਰਬਾਣੀ ਕਹਿ ਰਹੀ ਹੈ ਸੋ ਕਿਉ ਮੰਦਾ ਆਖੀਐ ਜਿਤ ਜੰਮਹਿ ਰਾਜਾਨ। ਉੱਤਰ, ਗੁਰਬਾਣੀ ਅਨੁਸਾਰ ਇਸਤਰੀ ਦੇ ਭਿੰਨ-ਭਿੰਨ ਰੂਪ ਹਨ, ਕੁਚੱਜੀ, ਸੁਚੱਜੀ ਅਤੇ ਗੁਣਵੰਤੀ। ਅੱਜ ਦੀ ਕਿਰਨ ਬੇਦੀ ਵਰਗੀ ਇਸਤਰੀ ਦੇ ਗੁਣਾਂ ਨੂੰ ਨਜ਼ਰ ਅੰਦਾਜ਼ ਕਰਕੇ ਜਦ ਸਮਾਜ ਵਿੱਚ ਕੇਵਲ ਇਸਤਰੀ ਹੋਣ ਕਰਕੇ ਦੁਰਕਾਰਿਆ ਜਾਂਦਾ ਸੀ, ਮੂਰਖ, ਪਸ਼ੂ ਅਤੇ ਢੋਰ ਆਖ ਕੇ ਅਤਿਆਚਾਰ ਹੋ ਰਹੇ ਸਨ, ਤਾਂ ਮਹਾਰਾਜ ਨੇ ਉਪਦੇਸ਼ ਦਿੱਤਾ ਸੋ ਕਿਉ ਮੰਦਾ ਆਖੀਐ ਜਿਤ ਜੰਮਹਿ ਰਾਜਾਨ। ਕੀ ਇਸ ਪੰਕਤੀ ਦਾ ਸਹਾਰਾ ਲੈ ਕੇ ਇੱਕ ਦੁਰਾਚਾਰੀ ਔਰਤ ਨੂੰ ਮੱਥਾ ਟੇਕਣਾ ਚਾਹੀਦਾ ਹੈ, ਜਾਂ ਕੀ ਇਹ ਤੁਕ ਉਹਨਾਂ ਇਸਤਰੀਆਂ ਲਈ ਹੈ ਜੋ ਅਮਰੀਕਾ ਦੀ ਅਲਬਰਟਾ ਸਟੇਟ ਵਿੱਚ ਸਾਲਾਨਾ ਜਸ਼ਨ ਮਨਾਉਣ ਵੇਲੇ ਅਲਫ ਨੰਗੀਆਂ ਹੋ ਕੇ ਸਰੀਰ ਤੇ ਪੇਂਟ ਮਲ ਕੇ ਨੱਚਦੀਆਂ ਹਨ, ਜਾਂ ਕਿ ਉਸ ਇਸਤਰੀ ਲਈ ਹਨ ਜੋ ਮਾਡਲ ਗਰਲ ਬਣ ਕੇ ਬੀਚ ਤੇ ਜਾ ਕੇ ਕੇਵਲ 4 ਇੰਚ ਦੀ ਬਿਕਨੀ ਪਾ ਕੇ ਇਸ਼ਤਿਹਾਰ ਲਈ ਫੋਟੋਆਂ ਖਿਚਾਉਂਦੀ ਹੈ। ਸਭ ਨੂੰ ਪਤਾ ਹੈ ਕਿ ਰਜੀਆ ਸੁਲਤਾਨ ਨੇ ਸ਼ਾਹੀ ਖਾਨਦਾਨ ਦੇ ਬੰਦਿਆਂ ਨੂੰ ਨਜ਼ਰ ਅੰਦਾਜ਼ ਕਰਕੇ ਆਪਣੇ ਹਫਸੀ ਨਫ਼ਰਤ ਤੇ ਮੋਹਿਤ ਹੋ ਕੇ ਨਿਕਾਹ ਕਰ ਲਿਆ। ਦਰਬਾਰ ਵਿੱਚ ਬਗਾਵਤ ਹੋ ਗਈ ਅਤੇ ਰਜੀਆ ਬੇਗਮ ਨੂੰ ਆਤਮ ਹੱਤਿਆ ਕਰਨੀ ਪਈ। 1998 ਵਿੱਚ ਨਿਊਯਾਰਕ ਦੀ 37 ਸਾਲਾ ਟੀਚਰ, 3 ਬੱਚਿਆਂ ਦੀ ਮਾਂ ਆਪਣੇ 15 ਸਾਲਾ ਵਿਦਿਆਰਥੀ ਨਾਲ ਪਿਆਰ ਦੀ ਪੀਂਘ ਦੇ ਹੁਲਾਰੇ ਲੈਂਦੀ ਇੱਕ ਬੱਚੇ ਦੀ ਮਾਂ ਬਣ ਗਈ। ਭੇਦ ਖੁੱਲ੍ਹਣ ਤੇ ਨੌਕਰੀ ਤੋਂ ਕੱਢ ਦਿੱਤਾ ਗਿਆ ਅਤੇ ਮੁਕੱਦਮਾ ਚੱਲਿਆ ਤੇ 7 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ। ਕੈਦ ਕੱਟ ਕੇ ਫਿਰ ਉਸੇ ਲੜਕੇ ਨਾਲ ਸ਼ਾਦੀ ਕਰ ਲਈ। ਟੀਵੀ ਚੈਨਲ ਆਜ ਤੱਕ ਦੀ ਖਬਰ ਸੀ, ਗਾਜ਼ੀਆਬਾਦ ਦੀ ਇੱਕ ਇਸਤਰੀ ਟੀਚਰ ਹਰ ਰੋਜ਼ ਰਿਸਕੇ ਤੇ ਬੈਠ ਕੇ ਸਕੂਲ ਜਾਂਦੀ ਸੀ। ਪਿਆਰ ਵਿੱਚ ਫਸ ਕੇ ਰਿਸਕੇ ਚਾਲਕ ਨਾਲ ਘਰੋਂ ਭੱਜ ਗਈ ਅਤੇ ਅਗਵਾ ਕਰਨ ਦਾ ਡਰਾਮਾ ਰਚ ਕੇ ਆਪਣੇ ਪ੍ਰੇਮੀ ਤੋਂ 10 ਲੱਖ ਦੀ ਫਰੌਤੀ ਦੇ ਪੈਸੇ ਲਈ ਘਰ ਟੈਲੀਫੋਨ ਕਰਵਾ ਦਿੱਤਾ। ਅਖੀਰ ਫੜੀ ਗਈ ਅਤੇ ਸਭ ਕੁਝ ਜ਼ਾਹਰ ਹੋ ਗਿਆ। ਕੀ ਅਜਿਹੀਆਂ ਔਰਤਾਂ ਲਈ ਗੁਰੂ ਸਾਹਿਬ ਨੇ ਕਿਹਾ ਸੀ ਸੋ ਕਿਉ ਮੰਦਾ ਆਖੀਐ ਜਿਤ ਜੰਮੇ ਰਾਜਾਨ। ਅੱਜ ਕੱਲ੍ਹ ਪੈਸਾ ਕਮਾਉਣ ਦੇ ਲਾਲਚ ਵਿੱਚ ਟੈਲੀਵਿਜ਼ਨ ਤੇ ਇਸਤਰੀਆਂ ਜੋ ਨਗਨਤਾ ਦਾ ਪ੍ਰਦਰਸ਼ਨ ਕਰ ਰਹੀਆਂ ਹਨ, ਉਸ ਨੂੰ ਸਮਾਜ ਦਾ ਹਰ ਸੂਝਵਾਨ ਵਿਅਕਤੀ ਦੁਰਕਾਰਿਆ ਹੈ। ਗੁਰਬਾਣੀ ਦੀਆਂ ਇਹਨਾਂ ਤੁਕਾਂ ਵੱਲ ਧਿਆਨ ਦੇਣਾ ਚਾਹੀਦਾ ਹੈ। ਕਬੀਰ ਹਰਿ ਕਾ ਸਿਮਰਨ ਛਾੜ ਕੇ ਅਹੋਈ ਰਾਖੈ ਨਾਰ, ਗਦ ਹੀ ਹੋਏ ਕੈ ਉਤਰੈ ਭਾਰ ਸਹਿ ਮਨ ਚਾਰ। ਕਬੀਰ ਨਿਰਪ ਨਾਰੀ ਕਿਉ ਨੰਦੀਐ, ਕਿਉ ਹਰ ਚੇਰੀ ਕਉ ਮਾਨ, ਉਹ ਮਾਂਗ ਸਵਾਰੈ ਬਿਖੈ ਕਉ, ਉਹ ਸਿਮਰੈ ਹਰਿ ਨਾਮ। ਜਿਨ ਹਰ ਹਿਰਦੈ ਨਾਮ ਨ ਵਸਿਓ, ਤਿਨ ਮਾਤ ਕੀਜੈ ਹਰਿ ਬਾਂਝਾ। ਕਬੀਰ ਬੈਸਨੋ ਕੀ ਕੂਕਰ ਭਲੀ, ਸਾਕਤ ਕੀ ਬੁਰੀ ਮਾਏ, ਉਹ ਨਿਤ ਸੁਨੈ ਹਰਿ ਨਾਮ ਜਸ, ਉਹ ਪਾਪ ਬਿਸਾਹ ਨ ਜਾਏ।
ਦਸਮ ਪਿਤਾ ਨੇ ਦੁਰਾਚਾਰੀ ਔਰਤਾਂ ਦੇ ਅਤੇ ਗੁਣਵੰਤੀਆਂ ਦੇ ਦੋਨੋਂ ਪੱਖ ਉਘਾੜ ਕੇ ਦਰਸਾਏ ਹਨ। ਆਪਣੇ ਵੱਲੋਂ ਸਿੱਖਾਂ ਨੂੰ ਇਹ ਸਭ ਕੁਝ ਅਪਣਾਉਣ ਲਈ ਇੱਕ ਲਾਈਨ ਵੀ ਨਹੀਂ ਲਿਖੀ, ਦੋਨੋਂ ਪੱਖ ਪ੍ਰਗਟ ਕਰਕੇ ਨਿਰਣਾ ਪਾਠਕਾਂ ਤੇ ਛੱਡ ਦਿੱਤਾ ਹੈ। ਦਸਮ ਗ੍ਰੰਥ ਦੇ ਇਸ ਭਾਗ ਨੂੰ ਅਸ਼ਲੀਲ ਬਾਣੀ ਕਹਿਣ ਵਾਲਿਆਂ ਨੂੰ ਅਸੀਂ ਚੈਲੰਜ ਕਰਦੇ ਹਾਂ ਕਿ ਕੋਈ ਇੱਕ ਛੰਦ ਵੀ ਚਿੱਤਰਾਂ ਵਿੱਚੋਂ ਦੱਸਣ ਜਿੱਥੇ ਮਹਾਰਾਜ ਨੇ ਨਸ਼ੇ ਕਰਨ, ਕੇਸ ਮਨਾਉਣ ਜਾਂ ਹੋਰ ਅਨੈਤਿਕਤਾ ਕਰਨ ਲਈ ਉਪਦੇਸ਼ ਦਿੱਤਾ ਹੋਵੇ। ਬਲਕਿ ਅਨੇਕਾਂ ਥਾਈਂ ਲਿਖਿਆ ਹੈ, ਮੂਰਖ ਰਾਜਾ ਛਲਿਆ ਗਿਆ, ਭੇਦ ਨਹੀਂ ਪਾ ਸਕਿਆ, ਸਮਝ ਨਹੀਂ ਸਕਿਆ ਇਤਿਆਦਿਕ। ਨੰਬਰ 3, ਤ੍ਰੀਏ ਝਾਂਟ ਨਾ ਮੂੰਡੀ ਜਾਏ, ਵੇਦ ਪੁਰਾਨ ਨ ਮੈਂ ਸੁਨ ਪਾਏ। ਹਸ ਕਰ ਬਚਨ ਸੋ ਛਾਨਿਓ, ਮੈਂ ਆਪਣੇ ਜੀ ਸਾਚ ਨਾ ਜਾਣਿਓ। ਐ ਤਰਿਆ ਹਮ ਸੋ ਝੂਠ ਉਚਾਰੀ, ਹਮ ਮੂੰਡੇਂਗੇ ਝਾਂਟ ਤਿਹਾਰੀ। ਤੇਜ ਉਸਤਰਾ ਏਕ ਮੰਗਾਇਓ, ਨਿਜ ਕਰ ਗਹਿ ਕੇ ਰਾਵ ਚਲਾਇਓ। ਤਾਂ ਕਿ ਮੂਡ ਝਾਟ ਸਭ ਡਾਰੀ, ਦੈ ਕੇ ਹਸੀ ਚੰਚਲਾ ਤਾਰੀ। ਚਰਿੱਤਰ 190। ਚਿੱਤਰ ਦਾ ਪਿਛੋਕੜ ਇਹ ਹੈ ਕਿ ਇੱਕ ਰਾਜਾ ਕਾਮਵਸ ਹੋ ਕੇ ਇੱਕ ਇਸਤਰੀ ਦੇ ਵਸ ਹੋ ਜਾਂਦਾ ਹੈ, ਜਿਸ ਨੇ ਪਹਿਲਾਂ ਹੀ ਸਹੇਲੀਆਂ ਨਾਲ ਸ਼ਰਤ ਲਗਾਈ ਹੁੰਦੀ ਹੈ, ਮੈਂ ਅੱਜ ਰਾਜੇ ਕੋਲੋਂ ਪਾਣੀ ਮੰਗਵਾਵਾਂਗੀ ਅਤੇ ਝਾਟਾਂ ਮਨਵਾਵਾਂਗੀ। ਪਿਆਰ ਦੀ ਖੇਡ ਖੇਡਦੀ ਪਹਿਲਾਂ ਇਸਤਰੀ ਬੇਹੋਸ਼ ਹੋਣ ਦਾ ਡਰਾਮਾ ਰਚ ਕੇ ਪਾਣੀ ਪਾਣੀ ਕਹਿੰਦੀ ਹੈ ਅਤੇ ਰਾਜਾ ਆਪ ਪਾਣੀ ਲੈ ਕੇ ਆਉਂਦਾ ਹੈ ਅਤੇ ਫਿਰ ਇਸੇ ਤਰ੍ਹਾਂ ਵੇਦ ਸ਼ਾਸਤਰਾਂ ਦਾ ਝੂਠਾ ਹਵਾਲਾ ਦੇ ਕੇ ਰਾਜੇ ਕੋਲੋਂ ਝਾਟਾਂ ਮਨਵਾਉਂਦੀ ਹੈ। ਸਪਸ਼ਟੀਕਰਨ, ਇਹ ਕੋਈ ਅਲੋਕਾਰ ਦੀ ਗੱਲ ਨਹੀਂ। ਸਭ ਨੂੰ ਪਤਾ ਹੈ ਕਿ ਪਟਿਆਲੇ ਦਾ ਇੱਕ ਰਾਜਾ ਬਹੁਤੀਆਂ ਰਾਣੀਆਂ ਕਰਕੇ ਮਸ਼ਹੂਰ ਸੀ। ਇੱਕ ਦਿਨ ਇੱਕ ਨਵੀਂ ਰਾਣੀ ਮਹਿਲਾਂ ਵਿੱਚ ਆਈ। ਮਹਾਰਾਜੇ ਨਾਲ ਹਮ ਬਿਸਤਰ ਹੋਣ ਵੇਲੇ ਉਸਨੇ ਆਪਣੇ ਗੁਪਤ ਅੰਗ ਤੇ ਹੱਥ ਰੱਖ ਕੇ ਮਹਾਰਾਜ ਸਾਹਿਬ ਨੂੰ ਕਿਹਾ ਕਿ ਪਹਿਲਾਂ ਮੇਰੇ ਭਰਾ ਨੂੰ ਫੌਜ ਵਿੱਚ ਲੈਫਟੈਨੈਂਟ ਭਰਤੀ ਕਰੋ, ਫਿਰ ਮੇਰੇ ਨਾਲ ਸੰਗ ਕਰਨਾ। ਕਾਮ ਵੇਗ ਵਿੱਚ ਅੰਨੇ ਹੋਏ ਮਹਾਰਾਜੇ ਨੇ ਉਸੇ ਵੇਲੇ ਸੰਬੰਧਿਤ ਅਫਸਰ ਨੂੰ ਫੋਨ ਕਰ ਦਿੱਤਾ ਕਿ ਫਲਾਣੇ ਬੰਦੇ ਨੂੰ ਲੈਫਟੈਨੈਂਟ ਬਣਾ ਦਿਓ। ਨਾਲ ਹੀ ਕਿਹਾ, ਹੁਣ ਤਾਂ ਹੱਥ ਚੱਕ। ਹੁਕਮ ਦੇ ਨਾਲ ਹੀ ਇਹ ਗੱਲ ਵੀ ਟੈਲੀਫੋਨ ਤੇ ਪਹੁੰਚ ਗਈ ਅਤੇ ਪਟਿਆਲੇ ਦੇ ਹੱਥ ਚੱਕ ਲੈਫਟੈਨੈਂਟ ਮਸ਼ਹੂਰ ਹੋ ਗਏ। ਆਮ ਹਾਲਤਾਂ ਵਿੱਚ ਵੀ ਇਸਤਰੀ ਆਪਣੇ ਪਿਆਰ ਵਿੱਚ ਰੰਗ ਕੇ ਸੇਜ ਭੋਗਣ ਵੇਲੇ ਕਿੰਨੇ ਬਿੱਲ ਪਾਸ ਕਰਾਉਂਦੀ ਹੈ ਅਤੇ ਕਿੰਨੇ ਵਾਅਦੇ ਕਰਾਉਂਦੀ ਹੈ, ਇਹ ਕਿਸੇ ਤੋਂ ਲੁਕੀ ਛਿਪੀ ਗੱਲ ਨਹੀਂ। ਇਸ ਵਾਰਤਾ ਦਾ ਸਾਰੰਸ਼ ਦਰਸਾਉਂਦਾ ਹੈ ਕਿ ਕਾਮਵਸ ਪ੍ਰਾਣੀ ਦੀ ਅਕਲ ਦਾ ਭੋਗ ਕਿਸ ਤਰ੍ਹਾਂ ਪੈ ਜਾਂਦਾ ਹੈ ਅਤੇ ਆਪਣੇ ਮਾਣ ਸਤਿਕਾਰ ਨੂੰ ਵੀ ਭੁੱਲ ਜਾਂਦਾ ਹੈ। ਇਸ ਬਾਰੇ ਗੁਰਬਾਣੀ ਦਾ ਫਰਮਾਨ ਇਸ ਤਰ੍ਹਾਂ ਹੈ, ਸਾਰਾ ਦਿਨ ਲਾਲਚ ਅਟਿਆ ਮਨ ਮਖੌਰੇ ਗੱਲਾਂ, ਰਾਤੀ ਊਗੈ ਦੱਬਿਆ ਨਵੇਂ ਸੋਤ ਸਭ ਢਿੱਲਾ। ਮਨ ਮੁੱਖਾਂ ਦੇ ਸਿਰ ਜੋਰਾ ਅਮਰ ਹੈ, ਨਿਤ ਦੇਵੇ ਭਲਾ। ਜੋਰਾਂ ਦਾ ਆਖਿਆ ਪੁਰਖ ਕਮਾਵਦੇ, ਸੇ ਅਪਵਿੱਤ ਅਮੇਧ ਖਲਾ। ਕਾਮ ਵਿਆਪਿਕ ਸੁਧ ਨਰ, ਸੇ ਜੋਰਾਂ ਪੁਛ ਚਲਾ। ਅੰਗ 304। ਅਰਥ, ਮਨਮੁਖ ਸਾਰਾ ਦਿਨ ਲਾਲਚ ਵਿੱਚ ਫਸਿਆ ਹੋਇਆ ਹੋਰ ਗੱਲਾਂ ਕਰਦਾ ਹੈ। ਰਾਤ ਨੂੰ ਨੀਂਦ ਦੇ ਦੱਬਣ ਕਾਰਨ ਸਰੀਰ ਦੇ 9 ਦਰਵਾਜ਼ੇ ਢਿੱਲੇ ਪੈ ਜਾਂਦੇ ਹਨ। ਮਨਮੁੱਖਾਂ ਦੇ ਸਿਰ ਉੱਤੇ ਰੰਨਾਂ ਦਾ ਹੁਕਮ ਚੱਲਦਾ ਹੈ, ਉਹ ਨਿਤ ਹੁਕਮ ਦਿੰਦੀਆਂ ਹਨ ਅਤੇ ਮਨਮੁਖ ਉਸ ਨੂੰ ਚੰਗਾ ਕਰਕੇ ਕਮਾਉਂਦੇ ਹਨ। ਜੋ ਪੁਰਸ਼ ਰੰਨਾਂ ਦਾ ਆਖਿਆ ਮੰਨਦੇ ਹਨ ਉਹ ਅਪਵਿੱਤਰ, ਗੰਦੇ ਅਤੇ ਮੂਰਖ ਹੁੰਦੇ ਹਨ। ਅਪਵਿੱਤਰ ਮਨੁੱਖਾਂ ਨੂੰ ਕਾਮ ਚੇਸ਼ਟਾ ਵਿਆਪਦੀ ਹੈ, ਜਿਸ ਕਾਰਨ ਰੰਨਾਂ ਪਾਸੋਂ ਪੁੱਛ ਕੇ ਉਹਨਾਂ ਦੇ ਦੱਸੇ ਹੋਏ ਰਸਤੇ 'ਤੇ ਚੱਲਦੇ ਹਨ। ਕੀ ਇਹ ਫਰਮਾਨ ਚਰਿੱਤਰ ਦੇ ਤੱਤ ਸਾਰ ਤੋਂ ਵੱਖਰਾ ਹੈ? ਦੀਵਾਨ ਜਰਮਨੀ ਦਾਸ ਨੇ ਆਪਣੀ ਕਿਤਾਬ ਮਹਾਰਾਜਾ ਵਿੱਚ ਕਈ ਸੱਚੀਆਂ ਕਹਾਣੀਆਂ ਲਿਖੀਆਂ ਹਨ। ਕੀ ਜਰਮਨੀ ਦਾਸ ਨੇ ਲੋਕਾਂ ਨੂੰ ਇਹ ਸਭ ਕੁਝ ਕਰਨ ਦੇ ਉਪਦੇਸ਼ ਲਈ ਲਿਖੀਆਂ ਹਨ? ਨਹੀਂ, ਕੇਵਲ ਰਾਜਿਆਂ ਦੇ ਚਿੱਤਰ ਦੀ ਫੋਟੋ ਪੇਸ਼ ਕਰਨ ਲਈ ਲਿਖੀਆਂ ਹਨ। ਕਾਸ਼ ਕਿ ਸਿੱਖ ਰਾਜਿਆਂ ਅਤੇ ਸਰਦਾਰਾਂ ਨੂੰ ਸਹੀ ਢੰਗ ਨਾਲ ਇਹਨਾਂ ਚਰਿੱਤਰਾਂ ਰਾਹੀਂ ਸੁਚੇਤ ਕੀਤਾ ਹੁੰਦਾ ਤਾਂ ਅਨੇਕਾਂ ਗੁਣਾਂ ਦੇ ਭੰਡਾਰ ਸਾਬਕਾ ਮਹਾਰਾਜਾ ਪਟਿਆਲਾ ਦੀ ਅੱਜ ਇਹ ਦਿੱਖ ਨਾ ਹੁੰਦੀ ਅਤੇ ਸਰਦਾਰਾਂ ਵਿੱਚ ਸਿੱਖੀ ਦਾ ਪਤਨ ਨਾ ਹੁੰਦਾ। ਨੰਬਰ 4। ਜੇ ਅਮਲਨ ਕਹੇ ਖਾਏ ਖਤਾ, ਕਬਹੂ ਨਾ ਖਾਵੇ। ਮੂੰਡ ਅਵਰ ਨਾ ਜਾਹੇ, ਆਪ ਕਬਹੂ ਨਾ ਮੁੰਡਾਵੇ। ਕਬਹੂ ਨਾ ਖਾਏ ਪਾਨ, ਅਮਲ ਕਬਹੂ ਨਹਿ ਪੀਓ। ਕਬਹੂ ਨਾ ਖੇਲ ਅਖੇਟ, ਨਾ ਸੁਖ ਨਿਰਧਨ ਨਹਿ ਕੀਓ। ਨਾ ਕਰਿਓ ਨਾ ਭਾਮਨ ਭੋਗ, ਜਗਤ ਕਿਉ ਆਇਓ।
ਚਰਿੱਤਰ 245। ਇਸ ਚਰਿੱਤਰ ਦੀ ਪੁਸ਼ਟ ਭੂਮੀ ਇਸ ਤਰ੍ਹਾਂ ਹੈ ਕਿ ਇੱਕ ਬੜਾ ਧਨਵਾਨ ਸ਼ਾਹੂਕਾਰ ਹੁੰਦਾ ਹੈ ਜੋ ਬਹੁਤ ਕੰਜੂਸ ਵੀ ਹੁੰਦਾ ਹੈ ਅਤੇ ਸਾਰਾ ਦਿਨ ਪੈਸਾ ਕਮਾਉਣ ਵਿੱਚ ਲੱਗਾ ਰਹਿੰਦਾ ਹੈ ਅਤੇ ਆਪਣੀ ਇਸਤਰੀ ਵੱਲ ਧਿਆਨ ਵੀ ਨਹੀਂ ਦਿੰਦਾ, ਨਾ ਹੀ ਕੋਈ ਦਾਨ ਪੁੰਨ ਕਰਦਾ ਹੈ। ਸੋ ਇਸ ਚਰਿੱਤਰ ਵਿੱਚ ਸ਼ਾਹ ਦੀ ਅਤੇ ਇਸਤਰੀ ਦੀ ਵਾਰਤਾਲਾਪ ਹੈ। ਇਸਤਰੀ ਕਹਿੰਦੀ ਹੈ, ਖਾ ਪੀ ਮੌਜ ਮਸਤੀ ਕਰ ਅਤੇ ਪੈਸਾ ਖਰਚ ਕਰ, ਦਾਨ ਪੁੰਨ ਵੀ ਕਰ, ਮੇਰੀ ਤਸੱਲੀ ਵੀ ਕਰ। ਨਾਲ ਹੀ ਕਹਿੰਦੀ ਹੈ ਕਿ ਜੋ ਅਮਲ ਕਰਦੇ ਹਨ ਉਹ ਸੂਰਮੇ ਹੁੰਦੇ ਹਨ, ਮੁੱਛ ਖੜੀ ਰੱਖਦੇ ਹਨ, ਮੈਦਾਨ ਵਿੱਚ ਦੁਸ਼ਮਣ ਤੇ ਬਾਜ ਵਾਂਗ ਪੈਂਦੇ ਹਨ ਅਤੇ ਇਸਤਰੀਆਂ ਭੋਗਦੇ ਹਨ। ਅਮਲ ਰਾਜੇ ਮਹਾਰਾਜੇ ਕਰਦੇ ਹਨ, ਬਹੁਤੀਆਂ ਇਸਤਰੀਆਂ ਨਾਲ ਵਿਹਾਰ ਕਰਦੇ ਹਨ। ਅਮਲ ਸੂਰਮੇ ਪੀਂਦੇ ਹਨ, ਮੂਰਖਾਂ ਦੇ ਸਿਰ ਤਲਵਾਰ ਵਾਹੁੰਦੇ ਹਨ। ਅਮਲ ਜੋਗੀ ਪੀਂਦੇ ਹਨ, ਕ੍ਰਿਸ਼ਨ ਦਾ ਧਿਆਨ ਕਰਦੇ ਨੇ। ਅਮਲ ਦਾ ਸਵਾਦ ਲੈ ਕੇ ਸੂਮ ਤੇ ਸੋਫੀਆਂ ਨੇ ਕੀ ਕਰਨਾ ਹੈ। ਸ਼ਾਹ ਕਹਿੰਦਾ ਹੈ, ਜਿਹੜੇ ਪੁਰਸ਼ ਅਮਲ ਪੀਂਦੇ ਹਨ ਰਾਤ ਦਿਨ ਊਂਘਦੇ ਹਨ। ਜੇ ਕਿਤੇ ਇੱਕ ਘੜੀ ਅਮਲ ਨਾ ਮਿਲੇ ਤਾਂ ਤਾਪ ਚੜ੍ਹ ਜਾਂਦਾ ਹੈ ਅਮਲੀਆਂ ਨੂੰ। ਇਸ ਲਈ ਜਿਹੜਾ ਪੁਰਸ਼ ਅਮਲ ਪੀਂਦਾ ਹੈ ਉਹ ਕਿਸੇ ਕੰਮ ਜੋਗਾ ਨਹੀਂ, ਉਹ ਤਾਂ ਮੂਰਖ ਹੋ ਕੇ ਮੁਰਦਾ ਹੋ ਕੇ ਘਰ ਪਿਆ ਰਹਿੰਦਾ ਹੈ। ਇਸੇ ਤਰ੍ਹਾਂ ਸ਼ਾਹ ਦੀ ਅਤੇ ਇਸਤਰੀ ਦੀ ਲੰਬੀ ਵਾਰਤਾਲਾਪ ਹੈ। ਕਾਲਾ ਅਫਗਾਨਾ ਤੇ ਉਹਨਾਂ ਦੇ ਸਮਰਥਕ ਚਲਾਕੀ ਨਾਲ ਇਸਤਰੀ ਵੱਲੋਂ ਅਮਲ ਖਾਨ ਬਾਰੇ ਗੱਲਾਂ ਤਾਂ ਦੱਸਦੇ ਹਨ, ਪਰ ਸ਼ਾਹ ਵੱਲੋਂ ਅਮਲ ਦੇ ਨੁਕਸਾਨ ਬਾਰੇ ਚੁੱਪ ਵੱਟ ਲੈਂਦੇ ਹਨ। ਅਜਿਹੇ ਬੇਈਮਾਨਾਂ ਤੇ ਲੋਕਾਂ ਨੂੰ ਗੁੰਮਰਾਹ ਕਰਨ ਵਾਲਿਆਂ ਲਈ ਤਾਂ 420 ਦਾ ਮੁਕੱਦਮਾ ਚਲਾਉਣਾ ਚਾਹੀਦਾ ਹੈ। ਪੀਅਤ ਭਾਂਗ ਕਾਹੂ ਜੋ ਹੇਰੈ, ਜੇ ਉਹ ਕਿਸੇ ਨੂੰ ਭੰਗ ਪੀਂਦਾ ਦੇਖੇ, ਠੰਡ ਹੋਤ ਨਾ ਤਾਕੇ ਨੇਰੋ, ਉਸ ਕੋਲ ਖੜਾ ਵੀ ਨਹੀਂ ਸੀ ਹੁੰਦਾ। ਭਇਓ ਸਦਨ ਤੇ ਕਹੋ ਉਜਾਰਾ, ਕਹਿੰਦਾ ਸੀ ਉਹ ਘਰ ਉਜੜ ਜਾਂਦੇ ਹਨ। ਜਾਂ ਕਿ ਕੂੰਡਾ ਬਜੈ ਦੁਆਰਾ, ਜਿਹਦੇ ਘਰ ਭੰਗ ਵਾਲਾ ਕੂੰਡਾ ਘੋਟ ਨਾ ਖੜਕਦਾ ਹੈ। ਤਾਂ ਕੋ ਹੋਤ ਉਜਾਰ ਕਹਿ ਕਰ, ਉਹ ਘਰ ਹੀ ਉਜਾੜ ਹੋ ਜਾਂਦਾ ਹੈ। ਭਾਂਗ ਅਫੀਮ ਭਗਤ ਹੈ ਜੋ ਨਰ, ਜਿਹੜਾ ਪੁਰਸ਼ ਭੰਗ ਅਫੀਮ ਖਾਂਦਾ ਹੈ। ਸੋਫੀ ਸਕਲ ਬੁੱਧ ਬਲ ਰਹੇ, ਸੋਫੀ ਹਰ ਵੇਲੇ ਠੀਕ ਬੁੱਧ ਅਤੇ ਆਪਣੇ ਬਲ ਵਿੱਚ ਰਹਿੰਦਾ ਹੈ। ਅਮਲਨ ਕੋ ਕਛ ਕਹਿ ਨਹਿ ਰਹੇ, ਅਮਲੀ ਤੂੰ ਭਾਵੇਂ ਕੁਛ ਕਹੋ ਉਹ ਕੁਛ ਕਹਿਣ ਜੋਗਾ ਨਹੀਂ ਹੁੰਦਾ। ਅਮਲੀ ਕੋਲ ਅਕਲ ਹੁੰਦੀ ਹੀ ਨਹੀਂ। ਸੋ ਕੇਵਲ ਸ੍ਰੀ ਦਸਮ ਗ੍ਰੰਥ ਨੂੰ ਖੰਡਨ ਲਈ ਇਸ ਗ੍ਰੰਥ ਦੇ ਵਿਰੋਧੀ ਵਿੱਚੋਂ ਤੁਕਾਂ ਕੱਢ ਕੇ ਲੋਕਾਂ ਨੂੰ ਕੁਰਾਹੇ ਪਾ ਰਹੇ ਹਨ ਅਤੇ ਜੋ ਤਤਸਾਰ ਹਿਤੋਂ ਉਪਦੇਸ਼ ਹੈ ਉਸ ਨੂੰ ਛੁਪਾ ਲੈਂਦੇ ਹਨ। ਸੁਧ ਜਬ ਤੇ ਹਮ ਧਰੀ ਬਚਨ ਗੁਰ ਦਏ ਹਮਾਰੇ, ਪੂਤ ਇਹ ਪ੍ਰਣ ਤੋਹੇ ਪ੍ਰਾਣ ਜਬ ਲਗ ਥਾਰੇ। ਨਿਜ ਨਾਰੀ ਕੇ ਸਾਥ नेहो तुम नित बढ़इयो, पर नारी की सेज भूल सुपने हूँ ना जइयो। पर नारी के भजे सहस बासव भाग पाए, पर नारी के भजे चंद्र कलंक लगाए। पर नारी के हेत शीस 10 शीस गवायो, पर नारी के हेत कटक कवर्ण को घायो। चरित्र 21। पर नारी के भजे सह बासव भग पाए, पर नारी के भजे चंद्र का लंक लगाए। पर नारी सो नेहो छुरी पैनी कर जानो, पर नारी के भज काल व्याप्यो तन मानो। अदक हरीफी जान भोग पर त्रेजो करही, हो अंत स्वान की मित्र हाथ लैंडी के मरही। बाल हमारे पास देश देसन के त्री आवे, मन बाशत बन मांग जान गुरसीस चुकावे। हो कहो सुंदर ते साथ गवन कैसे कै करहूँ। ਚਰਿੱਤਰ ਪੰਨਾ 110। ਅਜਿਹੇ ਹੀ ਸ਼ੁੱਧ ਪਵਿੱਤਰ ਉਪਦੇਸ਼ ਚਰਿੱਤਰੋਪਖਿਆਨ ਵਿੱਚ ਜਗ੍ਹਾ ਜਗ੍ਹਾ ਭਰੇ ਪਏ ਹਨ, ਪਰ ਇਹਨਾਂ ਵੱਲ ਦਸਮ ਗ੍ਰੰਥੀ ਵਿਰੋਧੀ ਕਦੇ ਦੇਖਣ ਦੀ ਕੋਸ਼ਿਸ਼ ਨਹੀਂ ਕਰਨਗੇ। ਸੋ ਕਾਲਾ ਅਫਗਾਨਾ ਤੇ ਉਹਨਾਂ ਦੇ ਸਮਰਥਕਾਂ ਦਾ ਦਸਮ ਗ੍ਰੰਥ ਤੇ ਇਹ ਦੂਸ਼ਣ ਅਗਿਆਨਤਾ ਵਾਲਾ ਹੈ। ਕਿਸੇ ਅਤ ਮਹਾਨ ਵਿਦਵਾਨ ਦੀ ਰਚਨਾ ਨੂੰ ਸਮਝਣ ਲਈ ਅਤ ਪ੍ਰਬੀਨ ਅਤੇ ਮਹੀਨ ਬੁੱਧੀ ਦੀ ਲੋੜ ਹੁੰਦੀ ਹੈ। ਇਸ ਲਈ ਭਾਈ ਮਨੀ ਸਿੰਘ ਜੀ, ਬਾਬਾ ਦੀਪ ਸਿੰਘ ਜੀ, ਡਾਕਟਰ ਤਰਲੋਚਨ ਸਿੰਘ ਅਤੇ ਸਰਦਾਰ ਕਪੂਰ ਸਿੰਘ ਵਰਗੇ ਦਸਮ ਗ੍ਰੰਥ ਦੀ ਬਾਣੀ ਦੀ ਪ੍ਰਮਾਣਿਕਤਾ ਬਾਰੇ ਕੋਈ ਸ਼ੰਕਾ ਨਹੀਂ ਕਰਦੇ। ਕੇਵਲ ਨੀਵੀਂ ਪੱਧਰ ਦੀ ਬੁੱਧੀ ਵਾਲੇ ਹੀ ਇਸ ਤੋਂ ਮੁਨਕਰ ਹੋ ਕੇ ਭੰਡਨ ਦੀ ਮੂਰਖਤਾ ਕਰਦੇ ਹਨ। ਏਕ ਮਦੀ ਦੂਜੇ ਤਰਨ ਤੀਜੇ ਅਤ ਧਨ ਧਾਮ, ਆਪ ਕਰੇ ਬਿਨ ਕਿਉ ਬਚੈ ਬਚੈ ਬਚਾਵੇ ਰਾਮ। ਦਸਮ ਗ੍ਰੰਥ ਚਰਿੱਤਰ 183। ਆਪ ਬੰਦੇ ਨੂੰ ਇੱਕ ਚੜ੍ਹਦੀ ਜਵਾਨੀ ਹੋਵੇ
ਉੱਪਰੋਂ ਸ਼ਰਾਬ ਪੀਤੀ ਹੋਵੇ, ਘਰ ਵਿੱਚ ਪੈਸਾ ਖੁੱਲ੍ਹਾ ਹੋਵੇ, ਉਹ ਪਾਪ ਕਰਨ ਤੋਂ ਕਿਸ ਤਰ੍ਹਾਂ ਬਚ ਸਕਦਾ ਹੈ? ਜੇ ਪਰਮੇਸ਼ਰ ਬਚਾਵੇ ਤਾਂ ਹੀ ਬਚ ਸਕਦਾ ਹੈ। ਜਨਨ ਜਠਰ ਮੈਂ ਆਏ, ਪੁਰਖ ਬਹੁਤੋਂ ਦੁਖ ਪਾਵੇ, ਮੂਤਰ ਧਾਮ ਕੋ ਪਾਏ, ਕਹਿਤ ਹਮ ਭੋਗ ਕਮਾਵੇ। ਦੁਖ ਤਰੀਆ ਕੋ ਚਾਟ, ਕਹਿਤ ਅਦਰਾ ਅੰਮ੍ਰਿਤ ਪਾਇਓ, ਬਿਰਥਾ ਜਗਤ ਮੈਂ ਜਨਮ, ਬਿਨਾ ਜਗਦੀਸ਼ ਗਵਾਇਓ। ਚਰਿਤ੍ਰ 81 ਪੰਨਾ 307। ਇਸ਼ਕ ਮੁਸ਼ਕ ਖਾਸੀ ਅਰ ਖੁਰਕ ਬਖਾਨੀਐ, ਖੂਨ ਖੈਰ ਮਦਪਾਨ ਸੋ ਬਹੁਰ ਪਰਮਾਨੀਐ। ਕਸ ਕੋਈ ਕਰੀ ਸ਼ਾਂਤ ਛਪਾਏ ਸ਼ਬਦ ਨਹਿ, ਹੋ ਹੋਵਤ ਪ੍ਰਗਟ ਨਿਧਾਨ ਸੋ ਸਾਰੀ ਸ੍ਰਿਸ਼ਟੀ ਮਹਿ। ਪੰਨਾ 250।